गुड मॉर्निंग स्टूडेंट्स। स्वागत है तुहाडा पंजाबी कंपलसरी दी क्लास विच। आपां पढ़ रहे हैं लोकधारा की भूमिका जां पंजाबी लोकधारा बारे निबंधां दा संग्रह, जिन्हां दे संपादक डॉक्टर भुपिंदर सिंह खैरा ते डॉक्टर सुरजीत सिंह हन। जिस निबंध बारे आपां ने अज पढ़ना है वो है ग्राम द्योते, जो बनजारा सिंह बेदी का लिखा हुआ है। ग्राम द्योते का अर्थ है ग्राम पिंड, द्योते देवते मतलब पिंडां दे देवते। ठीक है कि जो पिंडां दे विच लोग देवतियां की ठीक है कि पूजा करते हैं। ठीक है, उन्हां दा मतलब कि जिन्हां दा अधिकार खेतर सिर्फ पिंड की सीमा के अंदर ही मन्निया जाता है। ठीक है, वो की है पिंड के लोगों की क्या रख्या करते हैं। ठीक है, उत्थों के जिहड़े पशु होंदे ने उन्हां दी क्या रख्या की जाती है। इस करके क्या ग्राम द्योते जो कि पिंडां दे देवतियां नूं कहा गया है, जो कि बनजारा सिंह बेदी का लिखा हुआ है। पंजाब विच देश के होर खित्तियां वांग कुछ अजिहे द्योते भी पूजे जाते हैं जिन्हां दा अधिकार खेतर पिंड की सीमा के अंदर ही मन्निया जाता है ਅਤੇ ਇਹ केवल ਸਮੁੱਚੇ ਪਿੰਡ ਦੀ ਭੂਮੀ ਅਤੇ ਉਸ ਉੱਤੇ ਵਸਦੇ ਲੋਕਾਂ ਦੀ ਰੱਖਿਆ ਕਰਦੇ ਹਨ। ਇਹਨਾਂ ਦੀ ਮਾਨਤਾ ਸਥਾਨਕ ਪੱਧਰ ਉੱਤੇ ਹੁੰਦੀ ਹੈ ਅਤੇ ਹਰੇਕ ਪਿੰਡ ਦੇ ਆਪਣੇ ਨਿਵੇਕਲੇ ਦੇ ਉੱਤੇ ਹੁੰਦੇ ਹਨ। ਇਹਨਾਂ ਦੀ ਪੂਜਾ ਵਿਧੀ ਵੀ ਹਰ ਪਿੰਡ ਵਿੱਚ ਸਥਾਨਕ ਰੰਗਣ ਵਾਲੀ ਹੈ। ਠੀਕ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਹੋਰ ਦੇਸ਼ਾਂ ਦੇ ਹੋਰ ਖਿੱਤਿਆਂ ਵਾਂਗ ਠੀਕ ਹੈ ਕਿ ਦਿਉਤੇ ਦੀ ਕੀ ਪੂਜਾ ਕੀਤੀ ਜਾਂਦੀ ਹੈ ਕਿ अपना ਜਿਹੜੇ देवते ने उन्होंने की पूजा की जाती है। ठीक है, ਜਿਹੜਾ ਇਹਨਾਂ ਦਾ ਅਧਿਕਾਰ ਖੇਤਰ ਹੁੰਦਾ ਹੈ ਸਿਰਫ ਉਹ ਆਪਦੇ ਪਿੰਡ ਦੀ ਸੀਮਾ ਤੱਕ ਹੀ ਮੰਨਿਆ ਜਾਂਦਾ ਹੈ। ਸਿਰਫ ਆਪਣੇ ਪਿੰਡ ਦੇ ਵਿੱਚ ਹੀ ਕਿ ਉਹਨਾਂ ਦੀ ਕੀ ਪੂਜਾ ਕੀਤੀ ਜਾਂਦੀ ਹੈ ਅਤੇ ਉਹ ਜਿਹੜੇ ਪਿੰਡ ਦੀ ਭੂਮੀ ਤੇ ਉਹਨਾਂ ਲੋਕਾਂ ਦੀ ਕਿ ਉਹ ਰੱਖਿਆ ਕਰਦੇ ਨੇ, ਉਹਨਾਂ ਲੋਕਾਂ ਨੂੰ ਕਿ ਸੁਰੱਖਿਅਤ ਰੱਖਦੇ ਨੇ ਅਤੇ ਜਿਹੜੀ ਉਹਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਉਹ ਸਿਰਫ ਲੋਕਲ ਪੱਧਰ 'ਤੇ ਦਿੱਤੀ ਜਾਂਦੀ ਹੈ। ਸਥਾਨਕ ਮਤਲਬ ਕਿ ਲੋਕਲ ਪੱਧਰ ਕਿ ਹੇਠਲੇ ਪੱਧਰ 'ਤੇ ਉਹਨਾਂ ਨੂੰ ਕੀ ਮਾਨਤਾ ਦਿੱਤੀ ਜਾਂਦੀ ਹੈ। ਠੀਕ ਹੈ, ਹਰੇਕ ਪਿੰਡ ਦੇ ਆਪਣੇ ਕੀ ਹੈ ਦਿਉਤੇ ਹੁੰਦੇ ਨੇ, ਦੇਵਤੇ ਹੁੰਦੇ ਨੇ। ਠੀਕ ਹੈ, ਇਹਨਾਂ ਨੂੰ ਪੂਜਾ ਕਰਨ ਦੀ ਇਹਨਾਂ ਦੀ ਵਿਧੀ ਹਰ ਪਿੰਡ ਵਿੱਚ ਕਿ ਸਥਾਨਕ ਰੰਗਣ ਵਾਲੀ ਹੁੰਦੀ ਹੈ। ਹਰੇਕ ਜਿਹੜੀ ਪੂਜਾ ਕਰਦੇ ਨੇ ਉਹਨਾਂ ਦੀ ਜਿਹੜੀ ਵਿਧੀ ਹੁੰਦੀ ਹੈ ਉਹ ਬਿਲਕੁਲ ਕੀ ਹੈ ਕਿਸੇ ਦੀ ਇੱਕੋ ਜਿਹੀ ਵੀ ਹੋ ਸਕਦੀ ਹੈ, ਕਈ ਪਿੰਡਾਂ ਵਿੱਚ ਕੀ ਅਲੱਗ-ਅਲੱਗ ਤਰ੍ਹਾਂ ਦੀ ਵੀ ਹੁੰਦੀ ਹੈ। ਇਹਨਾਂ ਗ੍ਰਾਮ ਦਿਉਤਿਆਂ ਦੇ ਸਥਾਨ ਨੂੰ ਦੇਰੂ ਕਿਹਾ ਜਾਂਦਾ ਹੈ। ਫਾਰਸੀ ਵਿੱਚ ਦੇ ਪਿੰਡ ਨੂੰ ਕਹਿੰਦੇ ਹਨ। ਠੀਕ ਹੈ ਕਿ ਫਾਰਸੀ ਦੇ ਵਿੱਚ ਜਿਹੜਾ ਦੇ ਸ਼ਬਦ ਹੈ ਉਹ ਕੀ ਹੈ ਪਿੰਡ ਨੂੰ ਕਹਿੰਦੇ ਹਨ। ਦੇ ਗ੍ਰਹਿ ਦਾ ਅਰਥ ਹੈ ਪਿੰਡ ਦਾ ਘਰ। ਠੀਕ ਹੈ ਕਿ ਜਿਹੜੇ ਪਿੰਡ ਦੇ ਵਿੱਚ ਜਿਹੜਾ ਮੇਨ ਘਰ ਹੁੰਦਾ ਹੈ ਠੀਕ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ। ਠੀਕ ਹੈ ਕਿ ਇਹ ਦੋਹਰਾ ਸ਼ਬਦ ਦੇਵ ਗ੍ਰਹਿ ਦਾ ਸੰਕੇਤ ਹੋਵੇ। ਦੂਜਾ ਇਸ ਦਾ ਅਰਥ ਹੈ ਦੇਵ ਘਰ ਜਾਂ ਮੰਦਰ। ਠੀਕ ਹੈ, ਇਸ ਨੂੰ ਪਿੰਡ ਦਾ ਘਰ ਵੀ ਕਿਹਾ ਜਾਂਦਾ ਹੈ, ਇਸ ਨੂੰ ਘਰ ਜਾਂ ਮੰਦਰ ਵੀ ਕਿਹਾ ਜਾਂਦਾ ਹੈ ਦੇਵ ਦਾ। ਅਜਿਹੇ ਦੋਹਰਿਆਂ ਦੀ ਸ਼ਕਲ ਸੂਰਤ ਵੀ ਕਈ ਵੰਨਗੀਆਂ ਦੀ ਹੁੰਦੀ ਹੈ। ਕਈ ਵਾਰ ਕਿਸੇ ਪਵਿੱਤਰ ਦਰਖਤ ਹੇਠ ਨਦੀ ਨਾਲੇ ਦੇ ਗਿੱਟਿਆਂ ਦਾ ਢੇਰ ਖੜਾ ਹੁੰਦਾ ਹੈ। ਕਈ ਪਿੰਡਾਂ ਵਿੱਚ ਛੋਟੀ ਜਿਹੀ ਇੱਟਾਂ ਦੀ ਮਟੜੀ ਬਣੀ ਹੁੰਦੀ ਹੈ, ਉੱਪਰ ਗੁੰਮਦ, ਕਈ ਥਾਂ 'ਤੇ ਆਲੇ ਦੀ ਸ਼ਕਲ ਦੀ ਜਗ੍ਹਾ ਉਸਾਰੀ ਹੁੰਦੀ ਹੈ, ਕਿਧਰੇ ਥੜਾ। ਕਈ ਵਾਰ ਥਾਂ ਦੀ ਦੂਰੋਂ ਪਛਾਣ ਲਈ ਦਰਖਤ ਉੱਤੇ ਝੰਡੀ ਲਗਾ ਦਿੱਤੀ ਜਾਂਦੀ ਹੈ। ਇਸੇ ਨੂੰ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ ਅਤੇ ਦੀਵੇ ਦੀ ਜੋਤ ਬਾਲੀ ਜਾਂਦੀ ਹੈ। ਠੀਕ ਹੈ ਕਿ ਜਿਹੜੇ ਦੇਵਤੇ ਹੁੰਦੇ ਨੇ ਦੋਹਰੇ ਹੁੰਦੇ ਨੇ ਇਹਨਾਂ ਦੀ ਜਿਹੜੀ ਸ਼ਕਲ ਸੂਰਤ ਹੁੰਦੀ ਹੈ ਕਿ ਉਹ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਹਰੇਕ ਪਿੰਡ ਦੇ ਵਿੱਚ ਕਈ ਪਿੰਡਾਂ ਵਿੱਚ ਇੱਕੋ ਜਿਹੀ ਵੀ ਹੋ ਸਕਦੀ ਹੈ ਪਰ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਕਈ ਵਾਰ ਕਿਸੇ ਪਵਿੱਤਰ ਦਰਖਤ ਹੇਠਾਂ ਨਦੀਆਂ ਨਾਲੇ ਦੇ ਗਿੱਟੇ ਦਾ ਥੜਾ ਜਿਹਾ ਬਣਾਈ ਜਾਂਦੀ ਹੈ। ਠੀਕ ਹੈ, ਕਈਆਂ ਦੇ ਉੱਪਰ ਕੀ ਹੈ ਬਾਰ ਥਾਂ ਦੀ ਥਾਂ ਦੂਰੋਂ ਪਛਾਣ ਲਈ ਦਰਖਤ ਦੇ ਉੱਪਰ ਕੀ ਝੰਡੀ ਲਗਾ ਦਿੰਦੇ ਨੇ। ਠੀਕ ਹੈ, ਉਹਨੂੰ ਕਿ ਇੱਕ ਭੇਟਾ ਚੜ੍ਹਾਈ ਜਾਂਦੀ ਹੈ ਅਤੇ ਨਾਲ ਕਿ ਇੱਕ ਦੀਵਾ ਬਾਲਿਆ ਜਾਂਦਾ, ਦੀਵੇ ਦੀ ਜੋਤ ਬਾਲੀ ਜਾਂਦੀ ਹੈ। ਇਸ ਕਰਕੇ ਜਿਹੜੀ ਦੇਰਿਆਂ ਦੀ ਸ਼ਕਲ ਹੁੰਦੀ ਹੈ ਸੂਰਤ ਹੁੰਦੀ ਹੈ ਉਹ ਕਈ ਵੰਨਗੀਆਂ ਦੀ ਹੁੰਦੀ ਹੈ, ਕਈ ਤਰ੍ਹਾਂ ਦੀ ਹੁੰਦੀ ਹੈ। ਗ੍ਰਾਮ ਦਿਉਤਿਆਂ ਦੀ ਜਿਹੜੀ ਪਰੰਪਰਾ ਹੈ ਉਹ ਬੜੀ ਪੁਰਾਣੀ ਹੈ। ਠੀਕ ਹੈ, ਪੰਜਾਬ ਵਿੱਚ ਇਹ ਪੂਰਵ ਆਰਾਰੀਆ ਪ੍ਰਥਾ ਜੋ ਦਰਾਵੜਾਂ ਵਿੱਚ ਪ੍ਰਚਲਿਤ ਸੀ, ਮੂਲ ਰੂਪ ਵਿੱਚ ਇਹ ਪੂਜਾ ਧਰਤੀ ਮਾਤਾ ਦੀ ਪੂਜਾ ਦਾ ਹੀ ਵਿਸਤਾਰ ਹੈ। ਠੀਕ ਹੈ, ਜਿਹੜੇ ਗ੍ਰਾਮ ਦਿਉਤੇ ਨੇ ਕਿ ਆਪਾਂ ਆਧੁਨਿਕ ਸਮੇਂ ਦੇ ਨਹੀਂ ਹੈਗੇ ਕਿ ਅੱਜ ਦੇ ਸਮੇਂ ਦੇ ਨਹੀਂ ਹੈਗੇ ਕਿ ਇਹਨਾਂ ਦੇ ਪੁਰਾਣੇ ਸਮੇਂ ਤੋਂ ਹੀ ਚੱਲਦੇ ਆ ਰਹੇ ਨੇ ਕਿ ਪ੍ਰਾਚੀਨ ਸਮੇਂ ਤੋਂ ਹੀ ਇਹਨਾਂ ਦੀ ਪੂਜਾ ਹੁੰਦੀ ਆ ਰਹੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਦੇਵਤੇ ਹੁੰਦੇ ਨੇ ਗ੍ਰਾਮ ਦਿਉਤੇ ਹੁੰਦੇ ਨੇ ਕਿ ਉਹ ਅੱਜ ਦੇ ਸਮੇਂ ਦੇ ਜਿਹਨੇ ਨਹੀਂ ਹੈਗੇ ਕਿ ਪੁਰਾਣੇ ਸਮੇਂ ਦੇ ਨਹੀਂ ਹੈਗੇ। ਆਰੀਆ ਸਮਾਜ ਵੇਲੇ ਜਾਂ ਦਰਾਵੜ ਸਮਾਜ ਦੇ ਵੇਲੇ ਉਸ ਸਮੇਂ ਦੇ ਕਿ ਪ੍ਰਚਲਿਤ ਨੇ। ਜਿਹੜੇ ਗ੍ਰਾਮ ਦਿਉਤੇ ਹੁੰਦੇ ਨੇ ਉਹ ਮੁੱਖ ਰੂਪ ਵਿੱਚ 4 ਹਨ। ਭਾਵੇਂ ਇਹਨਾਂ ਦਾ ਕਈ ਵਾਰ ਇੱਕ ਦੂਜੇ ਵਿੱਚ ਘੰਝੋਲਾ ਕਰ ਦਿੱਤਾ ਜਾਂਦਾ ਹੈ ਪਰ ਇਹਨਾਂ ਨੂੰ ਕੀ ਕਹਿੰਦੇ 4 ਭਾਗਾਂ ਵਿੱਚ ਕੀ ਵੰਡਿਆ ਜਾਂਦਾ ਹੈ। ਭੂਮੀਆਂ, ਖੇੜਾ,
ਖੇਤਰਫਲ, ਸੀਮਾ, ਦਿਓਤਾ। ਮੂਲ ਵਿੱਚ ਇਹਨਾਂ ਦੋ ਚੌਹਾਂ ਦੇ ਅਧਿਕਾਰ ਖੇਤਰ ਵੱਖਰੇ ਹਨ। ਠੀਕ ਹੈ ਕਿ ਇਹਨਾਂ ਦੇ ਜਿਹੜੇ ਅਧਿਕਾਰ ਖੇਤਰ ਨੇ ਚਾਰਾਂ ਦੇ ਬਿਲਕੁਲ ਕੀ ਨੇ, ਅਲੱਗ-ਅਲੱਗ ਨੇ। ਇਹਨਾਂ ਚੌਹਾਂ ਦੇ ਦੋਤਿਆਂ ਦਾ ਧਰਤੀ ਅਥਵਾ ਭੂਮੀ ਨਾਲ ਸੰਬੰਧ ਹੈ। ਇਸ ਲਈ ਵਿਚਾਰ ਹੈ ਕਿ ਇਹ ਚਾਰੇ ਦਿਓਤੇ ਧਰਤੀ ਮਾਤਾ ਦੇ ਹੀ ਪ੍ਰਸਾਰ ਹਨ। ਠੀਕ ਹੈ, ਇਹਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਭੂਮੀ, ਖੇੜਾ, ਖੇਤਰਫਲ, ਸੀਮਾ, ਦਿਓਤਾ। ਠੀਕ ਹੈ, ਇਹਨਾਂ ਦਾ ਜਿਹੜਾ ਅਧਿਕਾਰ ਖੇਤਰ ਹੈ ਚਾਰਾਂ ਦਾ ਬਿਲਕੁਲ ਕੀ ਪਿੰਡ ਦੇ ਵਿੱਚ ਕੀ ਹੈ, ਵੱਖਰਾ ਵੱਖਰਾ ਹੈ, ਅਲੱਗ-ਅਲੱਗ ਹੈ। ਠੀਕ ਹੈ, ਇਸ ਕਰਕੇ ਇਹ ਜ਼ਿਆਦਾਤਰ ਧਰਤੀ ਜਾਂ ਭੂਮੀ ਨਾਲ ਸੰਬੰਧਿਤ ਹੁੰਦੇ ਹਨ। ਠੀਕ ਹੈ, ਇਸ ਕਰਕੇ ਇਹ ਚਾਰੇ ਜਿਹੜੇ ਦਿਓਤੇ ਨੇ ਇਹਨਾਂ ਨੂੰ ਕੀ ਹੈ, ਧਰਤੀ ਮਾਤਾ ਦਾ ਪ੍ਰਸਾਰ ਹਨ। ਕਿ ਇਹਨੂੰ ਧਰਤੀ ਮਾਤਾ ਵੀ ਕਿਹਾ ਜਾਂਦਾ ਕਿਉਂਕਿ ਇਹਨਾਂ ਦਾ ਜਿਹੜਾ ਜ਼ਿਆਦਾਤਰ ਸੰਬੰਧ ਹੈ ਉਹ ਧਰਤੀ ਜਾਂ ਭੂਮੀ ਨਾਲ ਹੈ। ਠੀਕ ਹੈ, ਹੁਣ ਆਪਾਂ ਫਸਟ ਬਾਰੇ ਪੜ੍ਹਾਂਗੇ, ਫਸਟ ਪੁਆਇੰਟ ਬਾਰੇ, ਭੂਮੀਆਂ। ਭੂਮੀਆਂ ਕਹਿੰਦੇ ਗ੍ਰਾਮ ਦਿਓਤਿਆਂ ਵਿੱਚ ਪ੍ਰਥਮ ਸਥਾਨ ਭੂਮੀ ਨੂੰ ਪ੍ਰਾਪਤ ਹੈ। ਭੂਮੀਆਂ ਦਿਓਤਾ ਪਿੰਡ ਦੀ ਭੂਮੀ ਦਾ ਹੀ ਮਾਨਵੀਕਰਨ ਅਥਵਾ ਦੇਵੀਕਰਨ ਹੈ। ਭੂਮੀਆਂ ਦਾ ਸੰਕਲਪ ਧਰਤੀ ਮਾਤਾ ਦੀ ਪੂਜਾ ਤੋਂ ਹੀ ਉੱਭਰਿਆ ਹੈ। ਧਰਤੀ ਮਾਤਾ ਅਖੰਡ ਰੂਪ ਵਿੱਚ ਸਾਰੀ ਪ੍ਰਿਥਵੀ ਵਿੱਚ ਵਿਦਮਾਨ ਹੈ। ਇਸ ਦਾ ਅਧਿਕਾਰ ਸਾਰੀ ਧਰਤੀ ਉੱਤੇ ਹੈ। ਇਹ ਦੇਵੀ ਮਾਤਾ ਧਨ ਦੌਲਤ ਦੇ ਅੰਨ ਭੰਡਾਰੇ ਬਖਸ਼ਦੀ ਹੈ। ਸਭ ਪਦਾਰਥ ਵਸਤੂਆਂ ਇਸ ਦੀ ਬਖਸ਼ਿਸ਼ ਹਨ, ਪਰ ਇਹ ਦੇਵੀ ਕਰੂਰ ਤਾਕਤਾਂ ਤੇ ਵਿਦਰੋਹਾਂ ਤੋਂ ਰੱਖਿਆ ਨਹੀਂ ਕਰ ਸਕਦੀ। ਸੰਕਟ ਦੀ ਸਥਿਤੀ ਵਿੱਚ ਧਰਤੀ ਕਿਸੇ ਦੁਖੀ ਪ੍ਰਾਣੀ ਨੂੰ ਆਪਣੇ ਪੇਟ ਵਿੱਚ ਸਮਾ ਸਕਦੀ ਹੈ, ਪਰ ਉਸ ਦਾ ਦੁੱਖ ਹਰ ਨਹੀਂ ਸਕਦੀ। ਠੀਕ ਹੈ, ਕਹਿੰਦੇ ਕਿ ਜੀ ਪਿੰਡ ਦੀ ਭੂਮੀ ਦਾ ਕਿ ਨਾਮ ਮਾਨਵੀਕਰਨ ਹੈ ਜਾਂ ਦੇਵੀਕਰਨ ਹੈ ਭੂਮੀਆਂ ਦੋਤਿਆ। ਠੀਕ ਹੈ, ਇਸ ਕਰਕੇ ਕਹਿੰਦੇ ਇਹਨੂੰ ਧਰਤੀ ਮਾਤਾ ਦੀ ਪੂਜਾ ਤੋਂ ਹੀ ਉੱਭਰਿਆ ਗਿਆ ਹੈ। ਠੀਕ ਹੈ, ਇਹ ਮਤਲਬ ਕਿ ਆਪਾਂ ਨੂੰ ਕਿਹਾ ਧਨ ਦੀ ਦੌਲਤ ਬਹੁਤੇ ਦਾ ਬਖਸ਼ਦੀ ਹੈ, ਕਿ ਅੰਨ ਦੇ ਭੰਡਾਰੇ ਬਖਸ਼ਦੀ ਹੈ। ਠੀਕ ਹੈ, ਇਸ ਕਰਕੇ ਕਹਿੰਦੇ ਪਰ ਇਹ ਜਿਹੜੀ ਦੇਵੀ ਤਾਕਤਾਂ ਜਾਂ ਵਿਦਰੋਹਾਂ ਤੋਂ ਆਪਾਂ ਨੂੰ ਕੀ ਆਪਣੀ ਰੱਖਿਆ ਨਹੀਂ ਕਰ ਸਕਦੀ। ਠੀਕ ਹੈ, ਜਿਵੇਂ ਕੋਈ ਭੂਤ ਪ੍ਰੇਤ ਹੋ ਗਏ ਉਹਨਾਂ ਤੋਂ ਆਪਣੀ ਕੀ ਰੱਖਿਆ ਨਹੀਂ ਕਰ ਸਕਦੀ। ਠੀਕ ਹੈ, ਇਸ ਕਰਕੇ ਇਸ ਦੀ ਸਥਿਤੀ ਵਿੱਚ ਕਹਿੰਦੇ ਧਰਤੀ ਕਿਸੇ ਦੁਖੀ ਪ੍ਰਾਣੀ ਨੂੰ ਆਪਣੀ ਪੇਟ ਦੇ ਵਿੱਚ ਕੀ ਹੈ ਲਪੇਟ ਸਕਦੀ ਹੈ, ਸਮਾ ਸਕਦੀ ਹੈ। ਇਸ ਦੇ ਉਲਟ ਭੂਮੀਆਂ ਨਰ ਦਿਓਤਾ ਹੀ ਨਹੀਂ ਬਲਵਾਨ ਵੀ ਹੈ। ਠੀਕ ਹੈ, ਕਿ ਬਹੁਤ ਜ਼ਿਆਦਾ ਕੀ ਬਲਵਾਨ ਹੈ, ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸ ਦਾ ਅਧਿਕਾਰ ਧਰਤੀ ਦੇ ਕੇਵਲ ਉਸ ਖੰਡ ਉੱਤੇ ਹੈ ਜਿਸ ਉੱਤੇ ਕੋਈ ਪਿੰਡ ਵਸਿਆ ਹੁੰਦਾ ਹੈ। ਠੀਕ ਹੈ, ਇਸ ਦਾ ਜਿਹੜਾ ਅਧਿਕਾਰ ਹੈ ਠੀਕ ਹੈ ਉਸ ਖੰਡ ਦੇ ਉੱਪਰ ਹੁੰਦਾ ਹੈ, ਕਹਿੰਦੇ ਜਿਸ ਉੱਪਰ ਕੋਈ ਪਿੰਡ ਵਸਿਆ ਹੁੰਦਾ ਹੈ। ਠੀਕ ਹੈ, ਜਿੱਥੇ ਪਿੰਡ ਵਾਸੀ ਹੁੰਦੇ ਨੇ, ਪਿੰਡ ਦੇ ਲੋਕ ਰਹਿੰਦੇ ਹੁੰਦੇ ਹਨ, ਜਿੱਥੋਂ ਤੱਕ ਉਸ ਪਿੰਡ ਦੇ ਲੋਕਾਂ ਦੇ ਖੇਤ ਫੈਲੇ ਹੁੰਦੇ ਹਨ। ਭੂਮੀ ਦਾ ਅਧਿਕਾਰ ਭੂਮੀ ਦੀ ਸਤ੍ਹਾ ਉੱਪਰ ਹੀ ਨਹੀਂ ਸਗੋਂ ਉਸ ਪਿੰਡ ਦੇ ਸਾਰੇ ਵਾਯੂਮੰਡਲ ਵਿੱਚ ਵਸਦੀਆਂ ਵਿਦਰੋਹਾਂ ਉੱਤੇ ਵੀ ਹੈ, ਜੋ ਪਿੰਡ ਵਿੱਚ ਸੰਕਟ ਪੈਦਾ ਕਰਦੀਆਂ, ਰੋਗਾਂ ਨੂੰ ਫੈਲਾਉਂਦੀਆਂ ਹਨ। ਇਸ ਤਰ੍ਹਾਂ ਇਸ ਦੇ ਉੱਤੇ ਬੜੀ ਮਹੱਤਤਾ ਹੁੰਦੀ ਹੈ। ਠੀਕ ਹੈ, ਕਿ ਇਹ ਪਿੰਡ ਦੇ ਵਿੱਚ ਵਸਿਆ ਹੁੰਦਾ ਹੈ। ਠੀਕ ਹੈ, ਉੱਥੋਂ ਪਿੰਡ ਦੇ ਲੋਕ ਜਿਹੜੇ ਖੇਤਾਂ ਤੱਕ ਫੈਲਿਆ ਹੁੰਦਾ, ਇਹ ਵਾਯੂਮੰਡਲ ਕੀ ਆਪਣੀ ਹਵਾ ਤੱਕ ਹੀ ਨਹੀਂ ਸਗੋਂ ਇਹ ਵਾਯੂਮੰਡਲ ਤੱਕ ਗਿਆ, ਪੂਰੇ ਏਰੀਏ ਤੱਕ ਗਿਆ ਫੈਲਿਆ ਹੁੰਦਾ ਹੈ। ਠੀਕ ਹੈ, ਇਹ ਵਿਦਰੋਹਾਂ ਤੋਂ ਆਪਣੇ ਸੰਕਟ ਤੋਂ ਬਚਾਉਂਦਾ ਹੈ। ਠੀਕ ਹੈ, ਇਸ ਕਰਕੇ ਜਿਹੜੇ ਦੂਤੇ ਨੇ ਇਹਨਾਂ ਦੀ ਕੀ ਹੈ ਬਹੁਤ ਜ਼ਿਆਦਾ ਕੀ ਹੈ ਮਹੱਤਤਾ ਹੁੰਦੀ ਹੈ। ਇੱਥੇ ਇੱਕ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ, ਪਿੰਡ ਦੇ ਦੂਜੇ ਦਿਓਤੇ ਖੇਤਰਫਲ ਨਾਲੋਂ ਭੂਮੀਆਂ ਵੱਡਾ ਹੈ। ਖੇਤਰਫਲ ਦਾ ਸੰਬੰਧ ਸਿਰਫ ਖੇਤਾਂ ਨਾਲ ਹੈ ਅਤੇ ਖੇੜੇ ਦਾ ਪਿੰਡ ਦੇ ਘਰ ਦੀ ਰੱਖਿਆ ਨਾਲ ਹੈ, ਪਰ ਭੂਮੀ ਖੇਤ ਅੱਗ ਦੋਵਾਂ ਸਾਰੇ ਪ੍ਰਸਾਰ ਦਾ ਹੀ ਦਿਓਤਾ ਹੈ। ਕਹਿੰਦੇ ਇਹਨਾਂ ਨੇ ਮਤਲਬ ਆਪਾਂ ਨੂੰ ਕੀ ਗੱਲ ਸਪਸ਼ਟ ਕੀਤੀ ਹੈ। ਠੀਕ ਹੈ, ਕਿ ਜਿਹੜੇ ਪਿੰਡ ਦੇ ਦੂਜੇ ਦਿਓਤੇ ਨੇ, ਠੀਕ ਹੈ, ਜਿਵੇਂ ਖੇਤਰਫਲ ਹੋ ਗਿਆ। ਠੀਕ ਹੈ, ਖੇਤਰਫਲ ਨਾਲੋਂ ਭੂਮੀ ਕੀ ਵੱਡਾ ਹੈ। ਠੀਕ ਹੈ, ਭੂਮੀ ਦਾ ਵੱਡਾ ਹੈ ਪਰ ਜਿਹੜਾ ਖੇਤਰਫਲ ਉਹ ਛੋਟਾ ਹੈ, ਪਰ ਜਿਹੜਾ ਭੂਮੀ ਦਾ ਜਿਹੜਾ ਸੰਬੰਧ ਹੈ ਖੇਤਰਫਲ ਦਾ, ਠੀਕ ਹੈ, ਉਹ ਸਿਰਫ ਕਿਹਦੇ ਨਾਲ ਹੈ, ਉਹ ਸਿਰਫ ਖੇਤਾਂ ਨਾਲ ਹੈ। ਠੀਕ ਹੈ, ਜਿੱਥੇ ਕਿਸਾਨ ਕੀ ਖੇਤੀ ਕਰਦੇ ਨੇ, ਠੀਕ ਹੈ, ਉਹ ਖੇਤਾਂ ਨਾਲ ਹੀ ਸੰਬੰਧਿਤ ਹੈ। ਪਰ ਖੇੜੇ ਦਾ ਜਿਹੜਾ ਸੰਬੰਧ ਹੈ ਉਹ ਕੀ ਹੈ ਪਿੰਡ ਦੀ ਰੱਖਿਆ ਨਾਲ, ਅਤੇ ਲੋਕਾਂ ਦੀ ਉਹ ਸੁਰੱਖਿਅਤ ਕਰਦੇ ਨੇ, ਪਿੰਡਾਂ ਨੂੰ ਕੀ ਰੱਖਿਆ ਕਰਦੇ ਨੇ। ਪਰ ਜਿਹੜਾ ਭੂਮੀ ਦਾ ਸੰਬੰਧ ਹੈ ਉਹਦਾ ਖੇਤਾਂ ਨਾਲ ਵੀ ਹੈ, ਅੱਗ ਦੋਆਂ ਦੇ ਸਾਰੇ ਪ੍ਰਸਾਰ ਨਾਲ ਕੀ ਦਿਓਤਾ ਹੈ। ਠੀਕ ਹੈ, ਜਿਹੜੇ ਦੇਵਤੇ ਨੇ ਉਹਨਾਂ ਦਾ ਭੂਮੀ ਦੇ ਵਿੱਚ ਖੇਤਾਂ ਨਾਲ ਵੀ ਸੰਬੰਧ ਹੈ, ਲੋਕਾਂ ਦੀ ਰੱਖਿਆ ਨਾਲ ਵੀ ਸੰਬੰਧ ਹੈ, ਅੱਗ ਦੇ ਨਾਲ ਵੀ ਸੰਬੰਧ ਹੈ। ਠੀਕ ਹੈ, ਇਸ ਕਰਕੇ ਪਰ ਜਿਹੜਾ ਖੇਤਰਫਲ ਦਾ ਸੰਬੰਧ ਹੈ ਉਹ ਸਿਰਫ ਖੇਤਾਂ ਨਾਲ ਹੀ ਹੈ, ਅਤੇ ਖੇੜੇ ਦਾ ਸੰਬੰਧ ਸਿਰਫ ਪਿੰਡ ਦੇ ਲੋਕਾਂ ਦੀ ਰੱਖਿਆ ਨਾਲ ਹੈ। ਭੂਮੀਆਂ ਪਿੰਡ ਦੀ ਸਾਰੀ ਭੂਮੀ ਵਿੱਚ ਫੈਲਿਆ ਹਰ ਥਾਂ 'ਤੇ ਹਾਜ਼ਰ ਹੁੰਦਾ ਹੈ, ਇਸ ਲਈ ਇਸ ਦੀ ਕੋਈ ਮੂਰਤੀ ਨਹੀਂ ਬਣਾਈ ਜਾਂਦੀ। ਹਾਂ, ਇਸ ਦਾ ਅਸਥਾਨ ਜ਼ਰੂਰ ਬਣਾਇਆ ਜਾਂਦਾ ਹੈ। ਠੀਕ ਹੈ, ਜਿਹੜਾ ਭੂਮੀਆਂ ਹੁੰਦਾ ਉਹ ਸਾਰੇ ਪਿੰਡ ਦੀ ਭੂਮੀ ਵਿੱਚ ਕੀ ਹੈ ਫੈਲਿਆ ਹੁੰਦਾ ਹੈ। ਠੀਕ ਹੈ, ਇਹਦੀ ਕੋਈ ਵੀ ਕੀ ਇੰਨੀ ਮੂਰਤੀ ਨਹੀਂ ਬਣਾਈ ਜਾਂਦੀ, ਪਰ ਇਹਦਾ ਜਿਹੜਾ ਸਥਾਨ ਹੁੰਦਾ ਉਹ ਜ਼ਰੂਰ ਹੁੰਦਾ ਹੈ, ਜੋ ਪਿੰਡ ਦੀ ਬਸੋਂ ਤੋਂ ਬਾਹਰ ਜਾਂ ਪਿੰਡ ਦੇ ਕਿਸੇ ਛੱਪੜ ਜਾਂ ਤਲਾਬ ਦੇ ਨੇੜੇ ਹੁੰਦਾ ਹੈ। ਇਹ ਸਥਾਨ ਕਈ ਰੂਪ ਵਿੱਚ ਮਿਲਦੇ ਹਨ। ਠੀਕ ਹੈ, ਕਿ ਜਿਹੜਾ ਇਹਦਾ ਸਥਾਨ ਹੁੰਦਾ ਹੈ, ਠੀਕ ਹੈ, ਉਹ ਪਿੰਡ ਦੀ ਬਸੋਂ ਦੇ, ਠੀਕ ਹੈ, ਪਿੰਡ ਦੀ ਜਨਸੰਖਿਆ ਦੇ ਬਾਹਰ ਕਿਸੇ ਟੋਭੇ ਕੋਲੇ ਜਾਂ ਕਿਸੇ ਕੀ ਹੈ ਤਲਾਬ ਕੋਲੇ ਜਾਂ ਕਿਸੇ ਛੱਪੜ ਕੋਲੇ ਹੁੰਦਾ ਹੈ। ਠੀਕ ਹੈ, ਇਸ ਕਰਕੇ ਕਿ ਪਿੰਡ ਦੇ ਵਿੱਚ ਨਹੀਂ ਹੁੰਦਾ, ਪਿੰਡ ਤੋਂ ਬਾਹਰ ਇਹਦਾ ਸਥਾਨ ਬਣਿਆ ਹੁੰਦਾ ਹੈ। ਠੀਕ ਹੈ, ਇਹਦੇ ਜਿਹੜੇ ਸਥਾਨ ਦੇ ਕਈ ਰੂਪ ਹੁੰਦੇ ਨੇ, ਕਿਧਰੇ ਤਾਂ ਇਹ ਖੇੜੇ ਦੀ ਸ਼ਕਲ ਵਿੱਚ ਹੁੰਦਾ ਹੈ। ਠੀਕ ਹੈ, ਜਾਂ ਇੱਟਾਂ ਦਾ ਇੱਕ ਚੂਨਾ ਗੱਚ ਥੜਾ ਜਿੱਥੇ ਲੋਕ ਦੀਵੇ ਜਗਾਦੇ ਜਾਂ
ਭੇਟਾ ਚੜ੍ਹਾਉਂਦੇ ਹਨ। ਕਈ ਪਿੰਡਾਂ ਵਿੱਚ ਨਿੱਕੀ ਗੁੰਮਤਦਾਰ ਮਾੜੀ ਦੀ ਸ਼ਕਲ ਦਾ ਹੁੰਦਾ ਹੈ। ਕਈ ਪਿੰਡਾਂ ਵਿੱਚ ਭੂਮੀ ਦਾ ਸਥਾਨ 5 ਇੱਟਾਂ ਦਾ ਬਣਿਆ ਹੁੰਦਾ ਹੈ, 2 ਇੱਟਾਂ ਸੱਜੇ ਅਤੇ 2 ਇੱਟਾਂ ਖੱਬੇ, 1 ਇੱਟ ਉੱਪਰ। ਠੀਕ ਹੈ, ਇਸ ਕਰਕੇ ਜਿਹੜਾ ਹਰੇਕ ਪਿੰਡ ਦੇ, ਇਹ ਸਾਰੇ ਪਿੰਡ ਦੇ ਵਿੱਚ ਫੈਲਿਆ ਹੁੰਦਾ ਹੈ ਭੂਮੀਆਂ। ਠੀਕ ਹੈ, ਇਹਦੀ ਪਰ ਕੋਈ ਵਿੱਚ ਮਤਲਬ ਕੋਈ ਮੂਰਤੀ ਨਹੀਂ ਬਣਾਈ ਜਾਂਦੀ, ਪਰ ਇਹਦਾ ਸਥਾਨ ਜ਼ਰੂਰ ਹੁੰਦਾ ਹੈ। ਪਰ ਉਹ ਸਾਰੀ ਕੀ ਹੈ, ਪਿੰਡ ਦੀ ਬਸੋਂ ਤੋਂ ਕੀ ਹੈ, ਬਾਹਰ ਹੁੰਦਾ ਹੈ। ਠੀਕ ਹੈ, ਜਨਸੰਖਿਆ ਤੋਂ ਕੀ ਹੈ, ਬਾਹਰ ਹੁੰਦਾ ਹੈ। ਜਿਵੇਂ ਕਿਸੇ ਛੱਪੜ ਦੇ ਜਾਂ ਪਿੰਡ ਦੇ ਵਿੱਚ ਕੋਈ ਛੱਪੜ ਹੁੰਦਾ ਹੈ, ਕੋਈ ਤਲਾਬ ਹੁੰਦਾ ਹੈ। ਠੀਕ ਹੈ, ਇਹ ਉੱਥੇ ਕੀ ਹੈ, ਬਣਾਇਆ ਜਾਂਦਾ ਹੈ। ਇਹ ਸਥਾਨ ਦੇ ਕਈ ਰੂਪ ਹੁੰਦੇ ਨੇ, ਇਹਨੂੰ ਅਲੱਗ-ਅਲੱਗ ਸ਼ਕਲ ਦੇ ਰੂਪ ਵਿੱਚ, ਖੇੜੇ ਦੇ ਰੂਪ ਵਿੱਚ ਕੀ ਹੈ, ਬਣਾਇਆ ਜਾਂਦਾ ਹੈ। ਠੀਕ ਹੈ, ਜਿਵੇਂ ਕਿਤੇ 5 ਇੱਟਾਂ ਦਾ ਬਣਾਇਆ ਜਾਂਦਾ ਹੈ। ਠੀਕ ਹੈ, ਕਿਤੇ ਮਤਲਬ ਕਿ ਇਹ ਨਿੱਕੀ ਜਿਹੀ ਗੁੰਮਤਦਾਰ ਮਾੜੀ ਦੀ ਸ਼ਕਲ ਵਿੱਚ ਬਣਾਇਆ ਜਾਂਦਾ, ਕਿ ਅਲੱਗ-ਅਲੱਗ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਭੂਮੀ ਆਮ ਤੌਰ ਉੱਤੇ ਕਲਪਿਤ ਦੇਵਤਾ ਹੁੰਦਾ ਹੈ, ਪਰ ਕਈ ਵਾਰ ਪਿੰਡ ਦੀ ਬੁਨਿਆਦ ਰੱਖਣ ਵਾਲੇ ਬਜ਼ੁਰਗ ਨੂੰ ਵੀ ਇਹ ਆਦਰਯੋਗ ਰੁਤਬਾ ਬਖਸ਼ ਦਿੱਤਾ ਜਾਂਦਾ ਹੈ। ਉਹ ਬਜ਼ੁਰਗ ਕੁਟੁੰਬ ਦਾ ਕੋਈ ਵੀ ਵਡਿੱਕਾ ਹੁੰਦਾ ਹੈ। ਜਦੋਂ ਇਹ ਪਰਲੋਕ ਗਮਨ ਕਰ ਜਾਂਦਾ ਹੈ ਤਾਂ ਇਸ ਦੀ ਸਮਾਧੀ ਨੂੰ ਹੀ ਭੂਮੀਏ ਦਾ ਦਰਜਾ ਦਿੱਤਾ ਜਾਂਦਾ ਹੈ। ਕਈ ਵਾਰ ਕਿਸੇ ਪਿੰਡ ਦੇ ਵੱਜਣ ਮਗਰੋਂ ਜਿਹੜਾ ਪਹਿਲਾ ਸ਼ਖਸ ਮਰੇ, ਉਸ ਦੀ ਸਮਾਧੀ ਨੂੰ ਭੂਮੀਏ ਦਾ ਦਰਜਾ ਦਿੱਤਾ ਜਾਂਦਾ ਹੈ। ਠੀਕ ਹੈ, ਕਈ ਪਿੰਡਾਂ ਦੇ ਵਿੱਚ ਪਿੰਡ ਵੱਜਣ ਮਗਰੋਂ ਕੋਈ ਪਹਿਲੇ ਸ਼ਖਸ ਦੀ, ਠੀਕ ਹੈ, ਕਿਸੇ ਦੀ ਡੈਥ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ, ਤਾਂ ਉਹਨੂੰ ਵੀ ਕਿ ਭੂਮੀਏ ਦਾ ਇੱਕ ਤਰ੍ਹਾਂ ਦਾ ਦਰਜਾ ਦਿੱਤਾ ਜਾਂਦਾ ਹੈ। ਠੀਕ ਹੈ, ਪਰ ਕਈ ਵਾਰ ਪਿੰਡ ਬੰਨਣ ਵੇਲੇ ਸਭ ਤੋਂ ਪਹਿਲਾਂ ਭੂਮੀ ਦੀ ਮਾੜੀ ਖੜੀ ਕੀਤੀ ਜਾਂਦੀ ਹੈ। ਇਸ ਮਾੜੀ ਦੀ ਇੱਟ ਕੁੱਲ ਕੁਟੁੰਬ ਦਾ ਵਡਿੱਕਾ ਰੱਖਦਾ ਹੈ। ਘਿਓ ਦੀ ਜੋਤ ਦਾ ਪਹਿਲਾਂ ਦੀਵਾ ਹੱਥੀਂ ਬਾਲ ਕੇ ਧਰਦਾ ਤੇ ਗੁੜ ਵੰਡਦਾ ਹੈ।